ਹੈਲੋ ਸਟੂਡੈਂਟਸ, ਅੱਜ ਆਪਾਂ ਇਕਨੋਮਿਕਸ ਦੇ ਬਹੁਤ ਹੀ ਇੰਪੋਰਟੈਂਟ ਡਿਫਰੈਂਸ ਕਰਾਂਗੇ। ਫਸਟ ਆਪਣੇ ਕੋਲ ਮਤਲਬ 3 ਡਿਫਰੈਂਸ ਕਰਾਂਗੇ, ਠੀਕ ਹੈ। ਫਸਟ ਜੋ ਡਿਫਰੈਂਸ ਉਹ ਕੀ ਹੈ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਕੀ ਹੁੰਦਾ ਵਾ, ਜੋ ਆਪਾਂ ਫਸਟ ਟਾਈਮ ਕਲੈਕਟ ਆਪ ਕਰਦੇ ਹਾਂ, ਤੇ ਸੈਕੰਡਰੀ ਕੀ ਹੈ, ਜੋ ਦੂਸਰਿਆਂ ਨੇ ਕਲੈਕਟ ਕੀਤਾ ਹੁੰਦਾ ਵਾ, ਜਿਵੇਂ ਕਿਸੇ ਕੰਪਨੀ ਨੇ ਕੀਤਾ ਵਾ ਆਪਦੇ ਪਰਪਸ ਲਈ, ਫਿਰ ਉਹਨੂੰ ਅੱਗੇ ਕੋਈ ਹੋਰ ਯੂਜ਼ ਕਰਦਾ ਪਿਆ। ਹੁਣ ਇਹਦਾ ਫਸਟ ਬੇਸਿਸ ਦੇ ਵਿੱਚ ਐਕੂਰੇਸੀ, ਇਹ ਜ਼ਿਆਦਾ ਸ਼ੁੱਧ ਹੁੰਦਾ ਵਾ। ਪ੍ਰਾਇਮਰੀ ਡਾਟਾ ਐਕੂਰੇਟ ਕਿਉਂ ਹੁੰਦਾ, ਕਿਉਂਕਿ ਆਪਾਂ ਫਸਟ ਟਾਈਮ ਕਲੈਕਟ ਕੀਤਾ ਹੁੰਦਾ। ਸੈਕੰਡਰੀ ਡਾਟਾ ਘੱਟ ਐਕੂਰੇਟ ਹੁੰਦਾ ਵਾ ਇਨ ਕੰਪੈਰੀਜ਼ਨ ਟੂ ਪ੍ਰਾਇਮਰੀ ਡਾਟਾ, ਕਿਉਂਕਿ ਇਹ ਕਿਸੇ ਹੋਰ ਕੰਪਨੀ ਨੇ ਯੂਜ਼ ਕੀਤਾ ਹੁੰਦਾ। ਨੈਕਸਟ ਹੈ ਕੋਸਟ, ਇਹ ਜ਼ਿਆਦਾ ਆਪਣੇ ਕੋਲ ਮਹਿੰਗਾ ਹੁੰਦਾ ਵਾ, ਕਿਉਂਕਿ ਇਹਦੇ ਵਿੱਚ ਜ਼ਿਆਦਾ ਫੰਡ ਦੀ ਲੋੜ ਹੁੰਦੀ ਹੈ। ਕਿਉਂ ਲੋੜ ਹੁੰਦੀ ਹੈ, ਕਿਉਂਕਿ ਆਪਾਂ ਫਸਟ ਟਾਈਮ ਕਲੈਕਟ ਕਰਦੇ ਹਾਂ, ਆਪਣੀ ਆਪ ਕਰਦੇ ਹਾਂ। ਸੈਕੰਡਰੀ ਡਾਟਾ ਦੇ ਵਿੱਚ ਕੀ ਹੈ, ਰਿਲੇਟਿਵਲੀ ਘੱਟ ਐਕਸਪੈਂਸਿਵ ਹੁੰਦਾ ਇਨ ਕੰਪੈਰੀਜ਼ਨ ਟੂ ਪ੍ਰਾਇਮਰੀ ਡਾਟਾ। ਨੈਕਸਟ ਹੈ ਟਾਈਮ, ਕਲੈਕਸ਼ਨ ਆਫ ਪ੍ਰਾਇਮਰੀ ਡਾਟਾ ਕੀ ਹੈ, ਜ਼ਿਆਦਾ ਟਾਈਮ ਲੈਂਦਾ ਵਾ, ਇਹ ਕੀ ਹੈ, ਘੱਟ ਟਾਈਮ ਲੈਂਦਾ ਵਾ ਕਿਹਦੇ ਕੰਪੈਰੀਜ਼ਨ, ਇਨ ਕੰਪੈਰੀਜ਼ਨ ਟੂ ਪ੍ਰਾਇਮਰੀ ਡਾਟਾ, ਠੀਕ ਹੈ। ਸੋਰਸ ਆਫ ਇਨਫੋਰਮੇਸ਼ਨ, ਕਿੱਦਾਂ ਦਾ ਵੇ ਹੈ ਇਨਫੋਰਮੇਸ਼ਨ ਦਾ। ਪ੍ਰਾਇਮਰੀ ਡਾਟਾ ਦੇ ਵਿੱਚ ਆਪਾਂ ਜਿੰਨੀ ਵੀ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ, ਠੀਕ ਹੈ, ਇਨਵੈਸਟੀਗੇਟਰ ਉਹ ਸਿੱਧਾ ਰਿਸਪੋਂਡੈਂਟ ਤੋਂ ਡਾਇਰੈਕਟਲੀ ਕਰਦਾ ਵਾ, ਕਿਉਂਕਿ ਫਸਟ ਟਾਈਮ ਇਨਫੋਰਮੇਸ਼ਨ ਹੁੰਦੀ ਆਪਣਾ ਡਾਇਰੈਕਟ ਕੰਟੈਕਟ ਹੁੰਦਾ ਵਾ, ਜਿਹਦੇ ਨਾਲ ਵੀ ਆਪਾਂ ਪ੍ਰੋਬਲਮ ਜੋ ਵੀ ਆਪਣੀ ਹੁੰਦੀ ਉਹਦੇ ਰਿਲੇਟਡ, ਠੀਕ ਹੈ। ਇਨਵੈਸਟੀਗੇਟਰ ਸਿੱਧੀ ਰਿਸਪੋਂਡੈਂਟ ਦੇ ਨਾਲ ਡਾਇਰੈਕਟਲੀ ਡੀਲ ਕਰਦਾ। ਬਟ ਸੈਕੰਡਰੀ ਦੇ ਵਿੱਚ ਕੀ ਹੈ, ਸੈਕਿੰਡ ਹੈਂਡ ਇਨਫੋਰਮੇਸ਼ਨ ਹੈ, ਇਹ ਕਿਹੜੀ ਹੈ, ਫਸਟ ਹੈਂਡ, ਇਸ ਲਈ ਇਹ ਡੀਲਿੰਗ ਡਾਇਰੈਕਟ ਕਰਦਾ ਵਾ ਇਨਵੈਸਟੀਗੇਟਰ ਰਿਸਪੋਂਡੈਂਟ ਦੇ ਨਾਲ, ਜਿਹੜਾ ਆਪਾਂ ਨੂੰ ਆਨਸਰ ਦਿੰਦਾ ਵਾ, ਠੀਕ ਹੈ। ਇਹ ਸੈਕਿੰਡ ਹੈਂਡ ਇਨਫੋਰਮੇਸ਼ਨ ਹੈ, ਕਿਉਂਕਿ ਇਹ ਕੋਈ ਹੋਰ ਕੰਪਨੀ ਨੂੰ ਯੂਜ਼ ਕਰਦੀ ਹੈ। ਓਰੀਜਨਲ, ਪ੍ਰਾਇਮਰੀ ਡਾਟਾ ਬਹੁਤ ਜ਼ਿਆਦਾ ਓਰੀਜਨਲ ਹੁੰਦਾ ਵਾ, ਕਿਉਂਕਿ ਆਪਾਂ ਫਸਟ ਟਾਈਮ ਕਲੈਕਟ ਕਰਦੇ ਹਾਂ। ਸੈਕੰਡਰੀ ਡਾਟਾ ਘੱਟ ਓਰੀਜਨਲ ਹੁੰਦਾ ਵਾ ਨੇਚਰ ਦੇ ਵਿੱਚ, ਬਿਕੋਜ਼ ਕਿਉਂਕਿ ਇਹ ਕਾਫੀ ਟਾਈਮ ਇਹਨੂੰ ਆਪਾਂ ਯੂਜ਼ ਕਰ ਚੁੱਕੇ ਹੁੰਦੇ ਹਾਂ, ਠੀਕ ਹੈ। ਨੈਕਸਟ ਆਪਣੇ ਕੋਲ ਇੱਕ ਹੈ ਰਿਲਾਇਬਿਲਿਟੀ। ਰਿਲਾਇਬਿਲਿਟੀ ਮਤਲਬ ਇਹ ਭਰੋਸੇਯੋਗਤਾ ਕਿੰਨਾ ਕੁ ਹੈ। ਪ੍ਰਾਇਮਰੀ ਡਾਟਾ ਜ਼ਿਆਦਾ ਰਿਲਾਇਬਲ ਅਤੇ ਸੂਟੇਬਲ ਹੁੰਦਾ ਵਾ, ਠੀਕ ਹੈ। ਸੈਕੰਡਰੀ ਡਾਟਾ ਜਿਹੜਾ ਆਪਣਾ ਉਹ ਘੱਟ ਰਿਲਾਇਬਲ ਅਤੇ ਸੂਟੇਬਲ ਹੈ ਇਨ ਕੇਸ ਆਫ ਪ੍ਰਾਇਮਰੀ ਡਾਟਾ। ਐਕਸਟਰਾ ਕੁਐਸਚਨ, ਆਪਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਪੈਂਦੀ ਹੈ, ਕਿਉਂਕਿ ਮਤਲਬ ਜੋ ਪ੍ਰਾਇਮਰੀ ਦੇ ਵਿੱਚ ਆ ਉਹ ਕੁਐਸਚਨ ਮਤਲਬ ਹੁੰਦਾ ਸਾਵਧਾਨ। ਪ੍ਰਾਇਮਰੀ ਦੇ ਵਿੱਚ ਆਪਾਂ ਨੂੰ ਘੱਟ ਅਲਰਟ ਰਹਿਣ ਦੀ ਲੋੜ ਪੈਂਦੀ ਹੈ, ਕਿਉਂਕਿ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਆਪ ਕਲੈਕਟ ਕੀਤੀਆਂ ਹੁੰਦੀਆਂ ਵਾ, ਆਪਾਂ ਨੂੰ ਕੋਈ ਡਰ ਨਹੀਂ ਹੁੰਦਾ। ਅਤੇ ਬਟ ਜਿਹੜਾ ਸੈਕੰਡਰੀ ਦੇ ਵਿੱਚ ਕੀ ਹੈ, ਇਹਦੇ ਵਿੱਚ ਆਪਾਂ ਨੂੰ ਐਕਸਟਰਾ ਕੁਐਸਚਨ ਦੀ ਲੋੜ ਹੁੰਦੀ ਹੈ, ਮਤਲਬ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਪੈਂਦੀ ਹੈ, ਕਿਉਂਕਿ ਆਪਾਂ ਆਪ ਕਲੈਕਟ ਨਹੀਂ ਕੀਤਾ ਹੁੰਦਾ। ਕੰਸਰਨ ਵਿਦ ਪ੍ਰੋਬਲਮ, ਕੰਸਰਨ ਕੀ ਹੁੰਦਾ ਵਾ, ਰਿਲੇਟ ਕਰਨਾ, ਠੀਕ ਹੈ। ਪ੍ਰੋਬਲਮ ਦੇ ਨਾਲ ਜੋ ਵੀ ਸੰਬੰਧਿਤ ਕਰਦਾ ਵਾ, ਜਿੰਨਾ ਵੀ ਹੁੰਦਾ ਵਾ ਉਹ ਪ੍ਰਾਇਮਰੀ ਡਾਟਾ ਕਰਦਾ ਵਾ। ਪ੍ਰਾਇਮਰੀ ਡਾਟਾ ਡਾਇਰੈਕਟਲੀ ਡੀਲ ਕਰਦਾ ਵਾ ਪ੍ਰੋਬਲਮ ਦੇ ਨਾਲ, ਪ੍ਰੋਬਲਮ ਜੋ ਵੀ ਹੁੰਦੀ ਹੈ, ਠੀਕ ਹੈ, ਜੋ ਵੀ ਉਹਨੂੰ ਆਪਾਂ ਫਾਈਂਡ ਆਊਟ ਕਰਦੇ ਉਹਦਾ ਸਲਿਊਸ਼ਨ, ਕਿਉਂਕਿ ਇਹਦੇ ਵਿੱਚ ਕੀ ਹੈ, ਇਹ ਇਨਵੈਸਟੀਗੇਟਰ ਹੁੰਦਾ ਜਿਹੜਾ ਉਹ ਸਿੱਧਾ ਡੀਲਿੰਗ ਕਰਦਾ, ਕਿਹਦੇ ਨਾਲ ਕਰਦਾ ਵਾ, ਰਿਸਪੋਂਡੈਂਟ ਦੇ ਨਾਲ। ਰਿਸਪੋਂਡੈਂਟ ਕੌਣ ਆ, ਜੋ ਆਨਸਰ ਦਿੰਦਾ ਵਾ, ਠੀਕ ਹੈ। ਸਿੱਧਾ ਡਾਇਰੈਕਟ ਡੀਲਿੰਗ ਹੁੰਦੀ, ਇਸ ਕਰਕੇ ਪ੍ਰੋਬਲਮ ਦੇ ਨਾਲ ਕੰਸਰਨ ਕਰਦਾ। ਪਰ ਸੈਕੰਡਰੀ ਜਿਹੜਾ ਡਾਟਾ ਵਾ ਉਹ ਡਾਇਰੈਕਟਲੀ ਡੀਲ ਨਹੀਂ ਕਰਦਾ ਪ੍ਰੋਬਲਮ ਦੇ ਨਾਲ, ਕਿਉਂਕਿ ਇਹ ਕੋਈ ਹੋਰ ਕੰਪਨੀ ਨੂੰ ਕਲੈਕਟ ਕਰਦੀ ਹੈ, ਫਿਰ ਅੱਗੇ ਉਹਨੂੰ ਕੋਈ ਹੋਰ ਯੂਜ਼ ਕਰਦਾ। ਜਾਂ ਇਹਦੇ ਵਿੱਚ ਆਪਾਂ ਇੱਕ ਪੁਆਇੰਟ ਹੋਰ ਐਡ ਕਰ ਸਕਦੇ ਹਾਂ, ਸੂਟੇਬਲ। ਸੂਟੇਬਲ ਇਹ ਕਿਸ ਕੇਸ ਦੇ ਵਿੱਚ ਹੈ, ਪ੍ਰਾਇਮਰੀ ਡਾਟਾ ਜਦੋਂ ਏਰੀਆ ਕੀ ਹੋਵੇ, ਮਤਲਬ ਆਪਣੇ ਕੋਲੇ ਘੱਟ ਏਰੀਆ ਹੋਵੇ, ਲਿਮਟਡ ਏਰੀਆ ਹੋਵੇ, ਲਾਰਜ ਨਾ ਹੋਵੇ, ਸਮੋਲ ਏਰੀਆ ਹੋਵੇ। ਇਹਦੇ ਵਿੱਚ ਆਪਾਂ ਲਿਖ ਸਕਦੇ ਹਾਂ ਸਮੋਲ ਏਰੀਆ, ਛੋਟਾ ਏਰੀਆ ਹੋਣਾ ਚਾਹੀਦਾ ਵਾ। ਇਹਦੇ ਵਿੱਚ ਜਦੋਂ ਆਪਾਂ ਇਹ ਸੈਕੰਡਰੀ ਡਾਟਾ ਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ, ਆਪਣੇ ਕੋਲੇ ਲਾਰਜ ਏਰੀਆ, ਠੀਕ ਹੈ। ਨੈਕਸਟ ਆਪਣੇ ਕੋਲੇ ਕੀ ਹੈ, ਡਿਫਰੈਂਸ ਸ਼ੈਡਿਊਲ ਐਂਡ ਕੁਐਸ਼ਨਰੀ। ਸ਼ੈਡਿਊਲ ਐਂਡ ਕੁਐਸ਼ਨਰੀ ਦੇ ਵਿੱਚ ਕੀ ਹੈ, ਜਿਹੜੀ ਸ਼ੈਡਿਊਲ ਹੁੰਦਾ ਵਾ ਉਹ ਆਪਾਂ ਆਪ ਫਿਲ ਕਰਦੇ ਹਾਂ, ਫਿਰ ਜਿਹੜਾ ਆਪਣੇ ਕੋਲੇ ਰਿਸਪੋਂਡੈਂਟ ਹੁੰਦਾ ਉਹਦੇ ਤੋਂ ਪੁੱਛਦੇ ਹਾਂ। ਕੁਐਸ਼ਨਰੀ ਕੀ ਹੈ, ਇਹ ਸਿੱਧੀ ਹੋਈ ਮੇਲ ਦੇ ਦੁਆਰਾ ਭੇਜੀ ਜਾਂਦੀ ਹੈ, ਉਹ ਵੀ ਆਪਾਂ ਰਿਸਪੋਂਡੈਂਟ ਤੋਂ ਪੁੱਛਦੇ ਹਾਂ, ਵੀ ਰਿਸਪੋਂਡੈਂਟ ਹੀ ਫਿਲ ਕਰਦਾ। ਸ਼ੈਡਿਊਲ ਕੀ ਹੈ, ਹੁਣ ਦੇਖੋ, ਫਿਲਡ ਅਪ ਬਾਈ ਇਨੈਮੋਰੇਟਰ ਆਫਟਰ ਗੈਟਿੰਗ। ਇਨੈਮੋਰੇਟਰ ਉਹੀ ਹੁੰਦਾ ਵਾ, ਇਨਵੈਸਟੀਗੇਟਰ ਨੂੰ ਵੀ ਬੋਲ ਦਿੰਦੇ ਆ, ਠੀਕ ਹੈ। ਇਨਵੈਸਟੀਗੇਟਰ ਆਫਟਰ ਗੈਟਿੰਗ ਇਨਫੋਰਮੇਸ਼ਨ ਫਰੋਮ ਇਨਫੋਰਮੈਂਟ। ਇਨਫੋਰਮੈਂਟ ਮਤਲਬ ਜੋ ਸੂਚਨਾ ਦਿੰਦਾ, ਫਿਰ ਉਹਦੇ ਤੋਂ ਬਾਅਦ ਵਿੱਚ ਪੁੱਛਦੇ ਆ, ਪਹਿਲਾਂ ਉਹ ਆਪ ਕੀ ਹੈ, ਆਪ ਫਿਲ ਕਰਦਾ ਵਾ। ਅਤੇ ਕੁਐਸ਼ਨਰੀ ਕੀ ਹੈ, ਕੁਐਸ਼ਨਰੀ ਇਜ਼ ਫਿਲਡ ਬਾਈ ਰਿਸਪੋਂਡੈਂਟ ਹਿਮਸੈਲਫ, ਉਹ ਖੁਦ ਹੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਫਿਲ ਕਰਦਾ ਵਾ। ਅੱਗੇ ਹੈਗਾ ਆਪਣੇ ਕੋਲ ਇਨਵੈਸਟੀਗੇਟਰ ਹਿਮਸੈਲਫ ਟੇਕ ਅਪ ਆਫ ਦਾ ਸ਼ੈਡਿਊਲ ਐਂਡ ਕੰਟੈਕਟ ਦਾ ਰਿਸਪੋਂਡੈਂਟ, ਵੀ ਸਿੱਧਾ ਉਹਦੇ ਨਾਲ ਕੰਟੈਕਟ ਕਰਦਾ ਰਿਸਪੋਂਡੈਂਟ ਨਾਲ, ਕਿਉਂਕਿ ਇਹਦੇ ਵਿੱਚ ਕੀ ਹੈ, ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਖੁਦ ਫਿਲ ਕਰਦਾ। ਅਤੇ ਜਿਹੜਾ ਕੁਐਸ਼ਨਰੀ ਹੈ ਇਹ ਕਿਹਦੇ ਦੁਆਰਾ ਹੁੰਦੀ ਹੈ, ਕੁਐਸ਼ਨਰੀ ਇਜ਼ ਮੇਲ ਟੂ ਦਾ ਰਿਸਪੋਂਡੈਂਟ, ਰਿਸਪੋਂਡੈਂਟ ਦੇ ਨਾਲ। ਰਿਸਪੋਂਡੈਂਟ ਨਾਲ ਕਿਉਂ, ਕਿਉਂਕਿ ਆਪਾਂ ਮੇਲ ਦੇ ਥਰੂ ਭੇਜਦੇ ਹਾਂ। ਅਤੇ ਸ਼ੈਡਿਊਲ ਕੀ ਹੈ, ਕਲੈਕਸ਼ਨ ਆਫ ਡਾਟਾ ਥਰੂ ਸ਼ੈਡਿਊਲ ਇਜ਼ ਐਕਸਪੈਂਸਿਵ। ਮਹਿੰਗਾ ਕਿਉਂ ਪੈਂਦਾ ਇਹ ਸ਼ੈਡਿਊਲ, ਕਿਉਂਕਿ ਜਦੋਂ ਵੀ ਇਹਦੇ ਵਿੱਚ ਆਪਾਂ ਡਾਟਾ ਕਲੈਕਟ ਕਰਦੇ ਹਾਂ, ਉਹ ਸਾਰਾ ਦਾ ਸਾਰਾ ਪਹਿਲਾਂ ਆਪ ਇਕੱਠਾ ਕਰਦੀ ਹੈ, ਬਾਅਦ ਵਿੱਚ ਇਨਫੋਰਮੈਂਟ ਤੋਂ ਪੁੱਛਦੀ ਹੈ, ਠੀਕ ਹੈ। ਅਤੇ ਇਹ ਕੀ ਆਪਾਂ ਨੂੰ ਘੱਟ ਐਕਸਪੈਂਸਿਵ ਹੁੰਦਾ, ਘੱਟ ਮਹਿੰਗਾ ਕਿਉਂ ਪੈਂਦਾ, ਕਿਉਂਕਿ ਇਹ ਸਿੱਧਾ ਹੀ ਆਪਾਂ ਜਿਹੜਾ ਆਨਸਰ ਹੁੰਦਾ ਵਾ ਰਿਸਪੋਂਡੈਂਟ ਤੋਂ ਹੀ ਪੁੱਛਦੇ ਹਾਂ, ਆਪ ਇਹਦੇ ਵਿੱਚ ਪਹਿਲਾਂ ਕੁਛ ਨਹੀਂ ਫਿਲ ਕੀਤਾ ਜਾਂਦਾ। ਅੱਗੇ ਆਪਣੇ ਕੋਲ ਕੀ ਹੈ, ਵਿਦ ਸ਼ੈਡਿਊਲ ਇਨਫੋਰਮੇਸ਼ਨ ਇਜ਼ ਕੁਇਕਲੀ ਕਲੈਕਟਡ ਬਾਈ ਇਨਵੈਸਟੀਗੇਟਰ, ਵੀ ਈਜ਼ੀਲੀ ਜਲਦੀ ਆਪਾਂ ਫਿਲ ਕਰ ਲੈਂਦੇ ਹਾਂ, ਕਿਉਂਕਿ
ਜਿਹੜਾ ਇਨਵੈਸਟੀਗੇਟਰ ਜਾਂ ਇਨੈਮੋਰੇਟਰ ਹੁੰਦਾ ਉਹਨੇ ਖੁਦ ਇਨਫੋਰਮੇਸ਼ਨ ਸਾਰੀ ਦੀ ਸਾਰੀ ਭਰਨੀ ਹੈ, ਠੀਕ ਹੈ। ਬਟ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਆਪਾਂ ਨੂੰ ਦੇਰੀ ਹੋ ਜਾਂਦੀ ਹੈ। ਦੇਅਰ ਇਜ਼ ਡਿਲੇ ਇਨ ਰਿਸਿਪਟ ਆਫ ਇਨਫੋਰਮੇਸ਼ਨ ਬਾਏ ਕੁਐਸ਼ਨਰੀ। ਡਿਲੇ ਮਤਲਬ ਦੇਰੀ ਹੋਣਾ ਕਿਉਂ ਕੁਐਸ਼ਨਰੀ ਵਿੱਚ, ਕਿਉਂਕਿ ਆਪਾਂ ਮੇਲ ਦੇ ਥਰੂ ਭੇਜਦੇ ਹਾਂ, ਹੋ ਸਕਦਾ ਉਹ ਕਈ ਵਾਰ ਪਰਸਨ ਬਿਜ਼ੀ ਹੋਵੇ, ਆਪਣੀ ਮੇਲ ਨਾ ਚੈੱਕ ਕਰੇ ਜਾਂ ਉਹਨੂੰ ਇਗਨੋਰ ਕਰ ਦੇ, ਠੀਕ ਹੈ। Next, the information collected by Securel is reliable and accurate because investigator himself record the fact। ਜਿੰਨੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਉਹ ਸਾਰੀ ਦੀ ਸਾਰੀ ਇਕੱਠੀ ਕੌਣ ਕਰਦਾ ਵਾ, ਇੱਕ ਖੁਦ ਇਨਵੈਸਟੀਗੇਟਰ ਕਰਦਾ ਸੈਕਡਿਊਲ ਦੇ ਵਿੱਚ। ਪਰ ਕੁਐਸ਼ਨਰੀ ਦੇ ਵਿੱਚ ਜ਼ਿਆਦਾ ਰਿਲਾਇਬਲ ਤੇ ਐਕੂਰੇਟ ਨਹੀਂ ਹੁੰਦੇਗੇ, ਮਤਲਬ ਜ਼ਿਆਦਾ ਭਰੋਸੇਯੋਗ ਨਹੀਂ ਹੁੰਦੇ, ਕਿਉਂਕਿ ਇਹਦੇ ਵਿੱਚ ਕੀ ਹੈ, ਸਾਰੇ ਦੇ ਸਾਰੇ ਜਿੰਨੇ ਆਨਸਰ ਹੁੰਦੇ ਆ ਉਹ ਕਿਹਦੇ ਦੁਆਰਾ ਫਿਲ ਕਰਵਾਏ ਜਾਂਦੇ ਆ, ਰਿਸਪੋਂਡੈਂਟ ਦੇ ਦੁਆਰਾ। ਉਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਰਿਸਪੋਂਡੈਂਟ ਦੁਆਰਾ ਮਿਲਦੀ ਹੈ, ਤੇ ਹੋ ਸਕਦਾ ਵਾ ਜਾਂ ਕੀ ਹੈ ਮੇ ਪ੍ਰੋਵਾਈਡ ਇਨਕੰਪਲੀਟ ਇਨਫੋਰਮੇਸ਼ਨ, ਜਾਂ ਫਿਰ ਆਪਾਂ ਨੂੰ ਅੱਧੀ ਇਨਫੋਰਮੇਸ਼ਨ ਵੀ ਉਹ ਪ੍ਰੋਵਾਈਡ ਕਰ ਸਕਦੇ ਆ। ਇਨ ਦਿਸ ਮੈਥਡ ਬੋਥ ਇਨਵੈਸਟੀਗੇਟਰ ਐਂਡ ਰਿਸਪੋਂਡੈਂਟ ਹੈਵ ਪਰਸਨਲ ਕੰਟੈਕਟ। ਦੋਨਾਂ ਦਾ ਪਰਸਨਲ ਕੰਟੈਕਟ ਕਿਉਂ ਹੁੰਦਾ ਵਾ, ਕਿਉਂਕਿ ਇਹਦੇ ਵਿੱਚ ਡਾਇਰੈਕਟ ਡੀਲਿੰਗ ਹੁੰਦੀ ਹੈ। ਪਹਿਲਾਂ ਇਨਵੈਸਟੀਗੇਟਰ ਖੁਦ ਭਰਦਾ ਵਾ, ਬਾਅਦ ਚੋਂ ਰਿਸਪੋਂਡੈਂਟ ਨੂੰ ਪੁੱਛਦਾ, ਇਸ ਕਰਕੇ ਕੀ ਹੈ, ਡਾਇਰੈਕਟ ਡੀਲਿੰਗ ਹੈ। ਇਹਦੇ ਵਿੱਚ ਕੋਈ ਡਾਇਰੈਕਟ ਡੀਲਿੰਗ ਨਹੀਂ ਹੁੰਦੀ, ਕਿਉਂਕਿ ਮੇਲ ਦੇ ਥਰੂ ਭੇਜੇ ਜਾਂਦੇ ਆ, ਠੀਕ ਹੈ। ਇਹਦੇ ਵਿੱਚ ਕੋਈ ਪਰਸਨਲ ਕੰਟੈਕਟ ਨਹੀਂ ਹੁੰਦਾ, ਸਿੱਧਾ ਜਿਹੜਾ ਆਪਣੇ ਕੋਲ ਇਨਵੈਸਟੀਗੇਟਰ ਉਹ ਰਿਸਪੋਂਡੈਂਟ ਨੂੰ ਭੇਜ ਦਿੰਦਾ, ਰਿਸਪੋਂਡੈਂਟ ਸਿੱਧਾ ਉਹਨੂੰ ਭੇਜ ਦਿੰਦਾ। ਪਰਸਨਲ ਕੰਟੈਕਟ ਇਹਦੇ ਵਿੱਚ ਹੁੰਦਾ ਹੀ ਨਹੀਂ, ਬਿਲਕੁਲ ਫੇਸ ਟੂ ਫੇਸ। ਨੈਕਸਟ ਆਪਣੇ ਕੋਲ ਕੀ ਹੈ, ਡਿਫਰੈਂਸ ਥਰਡ, ਸੈਂਸਸ ਮੈਥਡ ਐਂਡ ਸੈਂਪਲ। ਸੈਂਸਸ ਕੀ ਹੈ, ਜਾਂ ਇਹਨੂੰ ਆਪਾਂ ਕੰਪਲੀਟ ਇਨੈਮੋਰੇਸ਼ਨ ਮੈਥਡ ਵੀ ਬੋਲ ਦਿੰਦੇ ਹਾਂ, ਜਿਹਦੇ ਵਿੱਚ ਪੂਰੀ ਦੀ ਪੂਰੀ ਗਣਨਾ ਕੀਤੀ ਜਾਂਦੀ ਹੈ ਕਿ ਹਰ ਇੱਕ ਜਿੰਨੀਆਂ ਵੀ ਯੂਨੀਵਰਸ ਦੇ ਵਿੱਚ ਆਈਟਮਸ ਆਉਂਦੀਆਂ, ਈਚ ਐਂਡ ਐਵਰੀ ਆਈਟਮਸ ਇਹਦੇ ਵਿੱਚ ਕੀ ਹੈ, ਕਲੈਕਟ ਕੀਤੀ ਜਾਂਦੀ ਹੈ। ਸੈਂਪਲ ਦੇ ਵਿੱਚ ਕੀ ਇੱਕ ਜਸਟ ਪਾਰਟ ਲਿੱਤਾ ਜਾਂਦਾ। ਹੁਣ ਡਿਗਰੀ ਆਫ ਐਕੂਰੇਸੀ ਕੀ ਹੈ, ਜ਼ਿਆਦਾ ਸ਼ੁੱਧ ਹੁੰਦਾ ਇਹ ਡਾਟਾ, ਜ਼ਿਆਦਾ ਮੈਥਡ ਇਹ ਸ਼ੁੱਧ ਕਿਉਂ ਆ, ਮਤਲਬ ਜ਼ਿਆਦਾ ਓਰੀਜਨਲ ਹੁੰਦਾ ਵਾ, ਕਿਉਂਕਿ ਇਹ ਆਪਾਂ ਇਹਦੇ ਵਿੱਚ ਹਰ ਇੱਕ ਚੀਜ਼ ਕਲੈਕਟ ਕੀਤੀ ਹੈ। ਸੈਕੰਡਰੀ ਮੈਥਡ ਕੀ ਹੈ, ਘੱਟ ਐਕੂਰੇਟ ਹੁੰਦਾ, ਕਿਉਂਕਿ ਇਹਦੇ ਵਿੱਚ ਕੀ ਹੈ, ਸਿਰਫ ਆਪਾਂ ਪਾਰਟ ਲੈਂਦੇ ਹਾਂ। ਜਦੋਂ ਆਪਾਂ ਯੂਨੀਵਰਸ ਦੇ ਵਿੱਚ ਕਲੈਕਟ ਇਨਫੋਰਮੇਸ਼ਨ ਲੈਂਦੇ ਹਾਂ, ਸਿਰਫ ਇੱਕ ਛੋਟਾ ਜਿਹਾ ਹਿੱਸਾ ਕਲੈਕਟ ਕੀਤਾ ਜਾਂਦਾ। ਸੁਟੇਬਿਲਿਟੀ, ਸੁਟੇਬਲ ਕਦੋਂ ਹੁੰਦਾ ਇਹ, ਜਦੋਂ ਏਰੀਆ ਇਹਦਾ ਕੀ ਹੋਵੇ, ਸਮਾਲ ਹੋਵੇ ਇਨਵੈਸਟੀਗੇਸ਼ਨ ਦਾ, ਮਤਲਬ ਜਦੋਂ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਫੋਰਮੇਸ਼ਨ ਇਕੱਠੀ ਕਰਦੇ ਪਏ ਹਾਂ, ਮਤਲਬ ਈਚ ਐਂਡ ਐਵਰੀ ਆਈਟਮ ਕਲੈਕਟ ਕਰਦੇ ਪਏ ਹਾਂ, ਤਾਂ ਉਦੋਂ ਏਰੀਆ ਛੋਟਾ ਹੋਣਾ ਚਾਹੀਦਾ ਤਾਂ ਕਿ ਆਪਣੇ ਤੋਂ ਜਲਦੀ ਹੋ ਜਾਏਗਾ। ਇਹਦੇ ਵਿੱਚ ਵੱਡਾ ਹੋਣਾ ਚਾਹੀਦਾ ਏਰੀਆ, ਕਿਉਂ ਵੱਡਾ, ਕਿਉਂਕਿ ਇਹਦੇ ਵਿੱਚ ਆਪਾਂ ਇੱਕ ਜਸਟ ਪਾਰਟ ਲੈਂਦੇ ਹਾਂ। ਜਿੱਦਾਂ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ, ਡਾਕਟਰ ਕੀ ਕਰਦਾ ਵਾ ਕਿ ਅਗਰ ਆਪਾਂ ਨੂੰ ਬਲੱਡ ਸੈਂਪਲ ਚਾਹੀਦਾ, ਉਹਨੂੰ ਇਹ ਤਾਂ ਨਹੀਂ ਗਾ ਕਿ ਆਪਣੀ ਜਿੰਨੇ ਵੀ ਆਪਣੀਆਂ ਡ੍ਰੌਪਸ ਹੈ, ਠੀਕ ਹੈ, ਬਲੱਡ ਦੀਆਂ, ਉਹ ਸਾਰੀਆਂ ਲੈ ਲੂਗਾ। ਉਹ ਜਸਟ ਇੱਕ ਫਿਊ ਡ੍ਰੌਪਸ ਲੈਂਦਾ ਵਾ, ਜਿਹਦੇ ਦੁਆਰਾ ਉਹ ਮਤਲਬ ਟੈਸਟ ਕਰਦਾ ਵਾ ਕੀ ਪ੍ਰੋਬਲਮ ਹੈ ਜਾਂ ਕੀ ਨਹੀਂ ਗੀ, ਠੀਕ ਹੈ। ਨੈਕਸਟ ਹੁਣ ਕੀ ਹੈ, ਸੈਂਸਸ ਮੈਥਡ ਦੇ ਵਿੱਚ ਆਪਣੇ ਕੋਲ ਕੋਸਟ, ਇਹਦੇ ਵਿੱਚ ਜ਼ਿਆਦਾ ਲੱਗਦੀ ਹੈ ਕੋਸਟ, ਕਿਉਂਕਿ ਆਪਾਂ ਹਰ ਇੱਕ ਚੀਜ਼ ਇਹਦੇ ਵਿੱਚ ਇਨਵੋਲਵ ਕਰਨੀ ਹੈ, ਹਰ ਇੱਕ ਚੀਜ਼ ਕਲੈਕਟ ਕਰਨੀ ਹੈ। ਇਹ ਘੱਟ ਮਤਲਬ ਆਪਣੇ ਕੋਲ ਘੱਟ ਕੋਸਟ ਹੁੰਦੀ ਹੈ ਜਦੋਂ ਆਪਾਂ ਡਾਟਾ ਇਕੱਠਾ ਕਰਦੇ ਹਾਂ, ਬਿਕੋਜ਼ ਇਹਦੇ ਵਿੱਚ ਆਪਾਂ ਕੀ ਹੈ, ਇੱਕ ਜਸਟ ਪਾਰਟ ਲੈਣਾ ਹੁੰਦਾ ਸੈਂਪਲ ਦਾ। ਕਨਵੀਨੀਅੰਸ ਹੁੰਦਾ ਸੌਖਾ, ਇਹ ਜ਼ਿਆਦਾ ਕਨਵੀਨੀਅੰਟ ਨਹੀਂ ਹੁੰਦਾ, ਈਜ਼ੀ ਨਹੀਂ ਹੁੰਦਾ। ਇਹ ਕਿਉਂ ਈਜ਼ੀ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਈਚ ਐਂਡ ਐਵਰੀ ਆਈਟਮ ਆਪਾਂ ਕਲੈਕਟ ਕਰਨੀ ਹੁੰਦੀ ਹੈ। ਇਹ ਮੋਰ ਕਨਵੀਨੀਅੰਟ ਹੁੰਦਾ ਵਾ ਯੂਜ਼ ਕਰਨ ਦੇ ਲਈ, ਕਿਉਂਕਿ ਇਹਦੇ ਵਿੱਚ ਜਸਟ ਆਪਾਂ ਇੱਕ ਪਾਰਟ ਲੈਣਾ ਹੁੰਦਾ। ਸਕੋਪ ਮਤਲਬ ਇਹਦਾ ਖੇਤਰ ਕਿੱਥੋਂ ਤੱਕ ਆ, ਜਿਹੜੀਆਂ ਕੀ ਹੈ, ਕਵਰ ਸਾਰੀਆਂ ਦੀਆਂ ਸਾਰੀਆਂ ਆਈਟਮਸ ਕਰੂਗਾ। ਕਵਰ ਕੀ ਹੈ, ਸਾਰੀਆਂ ਆਈਟਮਸ ਕਰੂਗਾ ਯੂਨੀਵਰਸ ਦੀਆਂ। ਸੈਂਸਸ ਮੈਥਡ ਐਂਡ ਸੈਂਪਲ ਮੈਥਡ ਕੀ ਹੈ, ਜਿਹਦੇ ਵਿੱਚ ਇੱਕ ਆਪਾਂ ਜਸਟ ਛੋਟਾ ਜਿਹਾ ਪਾਰਟ ਲਿੱਤਾ ਜਾਂਦਾ। ਪ੍ਰਿੰਸੀਪਲ ਆਫ ਸਟੱਡੀ, ਇਹ ਕੀ ਹੈ, ਸਰਟੇਨਿਟੀ ਮਤਲਬ ਕੀ ਹੋਣਾ ਕੀ ਨਹੀਂ ਉਹਦੇ ਬੇਸ 'ਤੇ ਹੈ। ਇਹਦੇ ਵਿੱਚ ਆਪਾਂ ਪ੍ਰੋਬੇਬਿਲਿਟੀ ਕਿਉਂ ਲੈਂਦੇ ਹਾਂ, ਕਿਉਂਕਿ ਆਪਾਂ ਇੱਕ ਜਜਮੈਂਟ ਲਗਾ ਲੈਂਦੇ ਹਾਂ, ਇੱਕ ਪਾਰਟ ਦੇ ਤੌਰ 'ਤੇ ਲੈਂਦੇ ਹਾਂ, ਜਜਮੈਂਟ ਲਗਾ ਲਿਆ ਇਹ ਹੋ ਸਕਦਾ ਜਾਂ ਨਹੀਂ। ਅਗੇਨ ਨੇਚਰ ਆਫ ਸਟੱਡੀ, ਕਿੱਦਾਂ ਦੀ ਨੇਚਰ ਆਫ ਸਟੱਡੀ ਹੈ, ਸੈਂਸਸ ਮੈਥਡ ਇਜ਼ ਮੋਰ ਸੁਟੇਬਲ ਵੈਨ ਪੋਪੂਲੇਸ਼ਨ ਇਜ਼ ਹੈਟਰੋਜੀਨੀਅਸ ਇਨ ਨੇਚਰ। ਹੈਟਰੋਜੀਨੀਅਸ ਮਤਲਬ ਜਦੋਂ ਆਪਣੇ ਕੋਲ ਇਹ ਅਲੱਗ-ਅਲੱਗ ਨੇਚਰ ਦੀਆਂ ਹੋਵੇ, ਅਲੱਗ-ਅਲੱਗ ਤਰੀਕੇ ਦੀਆਂ ਹੋਵੇ। ਤੇ ਸੈਂਪਲ ਮੈਥਡ ਕੀ ਹੈ, ਇਹ ਹੋਮੋਜੀਨੀਅਸ ਹੋਣਾ ਚਾਹੀਦਾ। ਹੋਮੋਜੀਨੀਅਸ ਮਤਲਬ ਸੇਮ ਟਾਈਪ ਦਾ, ਤੇ ਇਹ ਕੀ ਹੈ, ਜਦੋਂ ਸੇਮ ਨਾ ਹੋਵੇ ਉਦੋਂ ਇਹ ਜ਼ਿਆਦਾ ਵਧੀਆ ਹੁੰਦਾ। ਰਿਲਾਇਬਲ ਮਤਲਬ ਆਪਾਂ ਭਰੋਸਾ ਕਰ ਸਕਦੇ ਹਾਂ, ਇਹ ਜ਼ਿਆਦਾ ਰਿਲਾਇਬਲ ਹੁੰਦਾ ਵਾ। ਇਹ ਕੀ ਹੈ, ਘੱਟ ਰਿਲਾਇਬਲ ਹੁੰਦਾ ਵਾ, ਕਿਉਂਕਿ ਇਹਦੇ ਵਿੱਚ ਆਪਾਂ ਸਾਰੀਆਂ ਯੂਨਿਟਸ ਕਵਰ ਨਹੀਂ ਕਰ ਦੇਗੇ। ਨੈਕਸਟ ਆਪਣੇ ਕੋਲ ਕੀ ਹੈ, ਵੈਰੀਫਿਕੇਸ਼ਨ ਕਰਨੀ, ਠੀਕ ਹੈ। ਵੈਰੀਫਿਕੇਸ਼ਨ ਇਹਦੇ ਵਿੱਚ ਆਪਣੀ ਜ਼ਰੂਰੀ ਨਹੀਂ ਹੁੰਦੀ ਗੀ, ਜਿੱਦਾਂ ਆਪਾਂ ਵੇਖਦੇ ਹਾਂ ਕਿ ਵੈਲਿਡ ਹੈ ਜਾਂ ਨਹੀਂ। ਕਿਉਂ ਨਹੀਂ ਇਹਦੇ ਵਿੱਚ ਵੈਰੀਫਿਕੇਸ਼ਨ ਦੀ ਲੋੜ ਪੈਂਦੀ, ਕਿਉਂਕਿ ਇਹਦੇ ਵਿੱਚ ਆਪਾਂ ਪਹਿਲਾਂ ਹੀ ਆਲਰੇਡੀ ਈਚ ਐਂਡ ਐਵਰੀ ਆਈਟਮ ਕਲੈਕਟ ਕਰ ਚੁੱਕੇ ਹੁੰਦੇ ਹਾਂ। ਬਟ ਇਹਦੇ ਵਿੱਚ ਕੀ ਆਪਾਂ ਨੂੰ ਜ਼ਰੂਰੀ ਹੁੰਦੀ ਹੈ ਟਾਈਮ ਕੰਜ਼ੰਪਸ਼ਨ। ਟਾਈਮ ਕਿੰਨਾ ਲੱਗਦਾ ਇਹਦੇ ਵਿੱਚ, ਸੈਂਸਸ ਮੈਥਡ ਦੇ ਵਿੱਚ ਬਹੁਤ ਸਾਰਾ ਟਾਈਮ ਲੱਗਦਾ, ਲੋਟ ਆਫ ਟਾਈਮ ਫੋਰ ਕਲੈਕਸ਼ਨ ਆਫ ਡਾਟਾ। ਜਦੋਂ ਆਪਾਂ ਡਾਟਾ ਇਕੱਠਾ ਕਰਨਾ ਹੁੰਦਾ ਬਹੁਤ ਸਾਰਾ ਟਾਈਮ ਲੱਗ ਜਾਂਦਾ, ਬਟ ਸੈਂਪਲ ਮੈਥਡ ਦੇ ਵਿੱਚ ਕੀ ਹੈ, ਬਹੁਤ ਹੀ ਘੱਟ ਟਾਈਮ ਕੰਜ਼ਿਊਮ ਕਰਦਾ ਵਾ, ਠੀਕ ਹੈ। ਇਹ ਸੀ ਆਪਣੇ 3 ਡਿਫਰੈਂਸ, ਇੰਪੋਰਟੈਂਟ ਹੈ ਡਿਫਰੈਂਸ ਸਾਰੇ ਦੇ ਸਾਰੇ।